ਸਤਿ ਸ਼੍ਰੀ ਅਕਾਲ। ਮੈਂ ਪਰਮਜੀਤ ਕੌਰ ਸੈਣੀ ਤੇ ਰੋਜ਼ਾਨਾ ਦੀ ਤਰ੍ਹਾਂ ਇੱਕ ਵਾਰ ਫਿਰ ਤੁਹਾਡੇ ਰੂਬਰੂ ਹੋ ਚੁੱਕੇ ਹਾਂ ਪ੍ਰੋਗਰਾਮ ਖਬਰਾਂ ਦੇ ਆਰ-ਪਾਰ ਲੈ ਕੇ। ਅੱਜ ਮੇਰੇ ਨਾਲ ਪ੍ਰੋਗਰਾਮ ਖਬਰਾਂ ਦੇ ਆਰ-ਪਾਰ ਦੇ ਵਿੱਚ ਵਿਚਾਰ ਚਰਚਾ ਦੇ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ। ਸਭ ਤੋਂ ਪਹਿਲਾਂ ਆਓ ਸਵਾਗਤ ਕਰ ਲੈਂਦੇ ਹਾਂ ਟੈਣਾ ਜੀ ਦਾ, ਤੇ ਨਾਲੇ ਨਵਾਂ ਸਾਲ ਚੜ੍ਹ ਗਿਆ, ਮੁਬਾਰਕਬਾਦ ਦਿੰਦੇ ਹਾਂ। ਬਹੁਤ ਮਿਹਰਬਾਨੀ ਤੁਹਾਡੀ ਪਰਮ ਜੀ। ਤੇ ਜਿੰਨੇ ਵੀ ਸਾਡੇ ਇਸ ਵਕਤ ਅਜੀਤ ਵੈਬ ਟੀਵੀ ਦੇ ਦਰਸ਼ਕ ਦੇਖ ਰਹੇ ਪ੍ਰੋਗਰਾਮ ਨੂੰ, ਜਿੰਨੇ ਵੀ ਅਜੀਤ ਅਖਬਾਰ ਦੇ ਪਾਠਕ ਆ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਨਵੇਂ ਵਰ੍ਹੇ ਦੀਆਂ। ਵੈਸੇ ਤਾਂ ਅਸਲ ਦੇ ਵਿੱਚ ਮੁਬਾਰਕਾਂ ਸਹੀ ਅਰਥਾਂ ਦੇ ਵਿੱਚ ਉਦੋਂ ਦੇਵਾਂਗੇ ਜਦੋਂ ਅਸੀਂ ਕਿਸਾਨੀ ਘੋਲ ਜਿੱਤ ਕੇ ਵਾਪਸ ਆ ਗਏ, ਪਰ ਕਿਉਂਕਿ ਕੈਲੰਡਰ ਬਦਲ ਗਿਆ, ਤਰੀਕ ਬਦਲ ਗਈ ਆ, ਮੁਬਾਰਕਾਂ ਹੁਣ ਵੀ ਪਰ ਦੁੱਗਣੀਆਂ ਚੌਗਣੀਆਂ ਉਸ ਦਿਨ ਦੇਣੀਆਂ ਜਦੋਂ ਅਸੀਂ ਜਿੱਤ ਆ ਜਿਹੜੀ ਉਹ ਹਾਸਲ ਕਰ ਲਈ। ਜੀ ਬਿਲਕੁਲ। ਸੋ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ। ਜੋ ਕਿਸਾਨ ਨੇ ਦਿੱਲੀ ਦੀਆਂ ਬਰੂਹਾਂ ਤੇ ਹੱਕ ਸੱਚ ਦੀ ਮੰਗ ਲੈ ਕੇ ਬੈਠੇ ਹੋਏ ਨੇ। ਟੈਣਾ ਸਾਹਿਬ, ਜੇਕਰ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਤਾਂ ਸ਼ਹੀਦੀ ਦਿਵਸ ਵੀ ਬਾਰਡਰਾਂ ਦੇ ਉੱਪਰ ਹੀ ਮਨਾਏ ਗਏ ਨੇ ਤੇ ਨਵਾਂ ਸਾਲ ਵੀ ਸਾਡੇ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਤੇ ਹੀ ਚੜਿਆ। ਦਿੱਲੀ ਦੀ ਸਰਹੱਦ ਤੇ ਨਵਾਂ ਸਾਲ ਕਿੰਜ ਮਨਾਇਆ ਗਿਆ? ਦੇਖੋ ਨਾ, ਕੁਝ ਕੁ ਗੱਲਾਂ ਜਿਹੜੀਆਂ ਉਹ ਤੁਹਾਨੂੰ ਭਾਵੁਕ ਕਰ ਦਿੰਦੀਆਂ, ਬਹੁਤ ਕੁਝ ਸੋਚਣ ਦੇ ਲਈ ਮਜਬੂਰ ਕਰ ਦਿੰਦੀਆਂ। ਮੇਰੀ ਬੇਨਤੀ ਹੈ ਦਰਸ਼ਕਾਂ ਨੂੰ ਕਿ ਇਸ ਗੱਲ ਨੂੰ ਵੱਧ ਤੋਂ ਵੱਧ ਫੈਲਾਇਓ, ਕਿਉਂਕਿ ਇਹ ਪੰਜਾਬੀਆਂ ਦੇ ਜੇਰੇ ਦੀ, ਪੰਜਾਬੀਆਂ ਦੀ ਦ੍ਰਿੜਤਾ ਦੀ, ਪੰਜਾਬੀਆਂ ਦੀ ਸੁਹਿਰਦਤਾ ਦੀ ਬਾਤ ਪਾਉਂਦੀ ਗੱਲ ਹੈਗੀ ਆ। ਕੱਲ ਮੈਂ ਖਬਰ ਪੜ੍ਹੀ, ਉਹਦੇ ਵਿੱਚ ਇੱਕ ਹਰਜੀਤ ਸਿੰਘ ਨਾਂ ਦਾ ਕਿਸਾਨ ਆ, ਉਹ ਹੈਗਾ ਗੁਰਦਾਸਪੁਰ ਦੇ ਚਿੱਟੀ ਪਿੰਡ ਤੋਂ। ਉਹ ਪਹਿਲੇ ਦਿਨ ਤੋਂ ਸਿੰਘੂ ਬਾਰਡਰ ਦੇ ਉੱਤੇ ਬੈਠਾ, ਉਹਦੀ ਘਰਵਾਲੀ ਦੀ ਮੌਤ ਹੋ ਜਾਂਦੀ ਹੈ। ਪਿੰਡੋਂ ਫੋਨ ਜਾਂਦਾ, ਘਰ ਦੇ ਵਿੱਚੋਂ ਫੋਨ ਜਾਂਦਾ ਵੀ ਤੇਰੀ ਵਹੁਟੀ ਨਹੀਂ ਰਹੀ। ਉਹ ਵਾਪਸ ਆਉਂਦਾ, ਉਹਦੀਆਂ ਸਾਰੀਆਂ ਅੰਤਮ ਰਸਮਾਂ ਪੂਰੀਆਂ ਕਰਦਾ, ਸਾਰੀਆਂ ਉਹਨੂੰ ਸੰਸਕਾਰ ਕਰਕੇ ਬਾਅਦ ਦੇ ਵਿੱਚ ਭੋਗ ਦੀ ਰਸਮਾਂ ਜਿਹੜੀ ਉਹ ਵੀ ਕਰਕੇ, ਤੇ ਨਾਲ ਦੀ ਨਾਲ ਹੀ ਆਪਦੀ ਬਜ਼ੁਰਗ ਮਾਂ ਨੂੰ ਤੇ ਬੱਚਿਆਂ ਨੂੰ ਉਹਦੇ ਕੋਲੇ ਛੱਡ ਕੇ ਤੇ ਉਹ ਵਾਪਸ ਚਲਾ ਜਾਂਦਾ ਸਿੰਘੂ ਬਾਰਡਰ ਦੇ ਉੱਤੇ। ਉਹਨੇ ਅੱਗੋਂ ਇਹ ਗੱਲ ਕਹੀ ਹੈ ਪੱਤਰਕਾਰਾਂ ਨੂੰ, ਕਹਿੰਦਾ ਵੀ ਦੇਖੋ ਜੋ ਕੁਦਰਤ ਨੇ ਕੀਤੀ ਉਹ ਤਾਂ ਮੈਂ ਟਾਲ ਨਹੀਂ ਸਕਦਾ, ਬਚਾਉਣ ਦੀ ਅਸੀਂ ਬਹੁਤ ਕੋਸ਼ਿਸ਼ ਕੀਤੀ, ਮੇਰੇ ਮਾਪਿਆਂ ਨੇ ਵੀ ਕੀਤੀ, ਮੈਂ ਵੀ ਕਰਦਾ ਰਿਹਾ, ਪਰ ਉਹ ਤਾਂ ਜੋ ਹੋ ਗਿਆ ਉਹਨੂੰ ਮੈਂ ਬਦਲ ਨਹੀਂ ਸਕਦਾ। ਪਰ ਇਸ ਵਕਤ ਮੇਰੇ ਪੰਜਾਬ ਦੀ ਹੋਂਦ ਦਾ ਸਵਾਲ ਆ, ਇਹ ਮੇਰੇ ਪੰਜਾਬ, ਮੇਰੇ ਦੇਸ਼ ਦੇ ਖੇਤਾਂ ਦਾ ਸਵਾਲ ਆ। ਇਸ ਕਰਕੇ ਜਦੋਂ ਵੱਡੀ ਹਕੂਮਤ ਦੇ ਨਾਲ, ਵੱਡੀ ਧਿਰ ਨਾਲ ਸਾਡਾ ਮੱਥਾ ਲੱਗਾ ਹੋਇਆ, ਮੇਰਾ ਫਰਜ਼ ਬਣਦਾ ਕਿ ਮੈਂ ਆਪਣੇ ਘਰ ਦੇ ਵਿੱਚੋਂ ਇੱਥੇ ਪਹੁੰਚ ਜਾ, ਤੇ ਮੈਂ ਇੱਥੇ ਪਹੁੰਚ ਗਿਆ, ਜਿੱਤ ਕੇ ਵਾਪਸ ਪਹੁੰਚੂਗਾ। ਦੇਖੋ ਇਹ ਕਿੰਨਾ ਵੱਡਾ ਜਜ਼ਬਾ, ਘਰ ਦੇ ਵਿੱਚ 70 ਵਿਸ਼ਾ ਹੋਵੇ, ਬੰਦਾ ਇਸ ਤਰੀਕੇ ਦੀ ਸੋਚ ਪਾਲਦਾ ਹੋਵੇ, ਇਹ ਕੋਈ ਛੋਟੀ ਮੋਟੀ ਗੱਲ ਨਹੀਂ ਆ। ਹੁਣ ਅਗਲੀ ਗੱਲ ਆ, ਉੱਥੇ ਇਸ ਧਰਨੇ ਦੇ ਵਿੱਚ, ਇਸ ਅੰਦੋਲਨ ਦੇ ਵਿੱਚ ਤਿੰਨ ਪੀੜ੍ਹੀਆਂ ਬੈਠੀਆਂ। ਬਜ਼ੁਰਗ ਬਾਪੂ ਵੀ ਆ, ਉਹਦਾ ਮੁੰਡਾ ਤੇ ਅੱਗੇ ਉਹਦਾ ਮੁੰਡਾ, ਦਾਦਾ ਪੋਤਾ ਵੀ ਆ। ਸੋ ਇਸ ਕਰਕੇ ਜਦੋਂ ਤਿੰਨ ਪੀੜ੍ਹੀਆਂ ਬੈਠੀਆਂ ਹੋਣ ਤੇ ਆਪਾਂ ਕਿਵੇਂ ਕਹਿ ਸਕਦੇ ਹਾਂ ਵੀ ਭਾਈ ਇਸ ਅੰਦੋਲਨ ਦੇ ਫੇਲ ਹੋਣ ਦੇ ਅਸਾਰ ਆ। ਜਦੋਂ ਮਾਵਾਂ ਤੇ ਧੀਆਂ ਉੱਥੇ ਬੈਠ ਕੇ ਆਟਾ ਗੁੰਨਦੀਆਂ ਹੋਣ ਤੇ ਉਹ ਵੀ ਰਾਹ ਜਾਂਦੇ ਲੋਕਾਂ ਨੂੰ ਲੰਗਰ ਛਕਾਉਂਦੀਆਂ ਹੋਣ, ਬਾਕੀ ਨਾਲ ਦੀਆਂ ਟਰਾਲੀਆਂ ਵਾਲਿਆਂ ਨੂੰ ਵੀ ਕਹਿੰਦੀਆਂ ਹੁਣ ਪੁੱਤ ਵੀਰੇ ਇੱਥੇ ਆ ਕੇ ਲੰਗਰ ਛਕੋ, ਆਪਾਂ ਕਿਵੇਂ ਕਹਿ ਸਕਦੇ ਇਹ ਅੰਦੋਲਨ ਫੇਲ ਹੋ ਜਾਊਗਾ? ਮੈਂ ਇੱਕ ਦਿਨ ਅੱਗੇ ਵੀ ਗੱਲ ਕੀਤੀ ਸੀ, ਉਹ ਮੇਰਾ ਚਿੱਤ ਕਰਦਾ ਫੇਰ ਦੁਹਰਾਵਾਂ। ਇੱਕ ਬਜ਼ੁਰਗ ਮਾਤਾ, ਉਹਦਾ ਗਿੱਟਾ ਟੁੱਟਿਆ ਹੋਇਆ, ਗਿੱਟੇ ਤੇ ਪਲਾਸਟਰ ਲੱਗਾ। ਮੈਂ ਉਹਨੂੰ ਇਹ ਪੁੱਛਿਆ, ਮੈਂ ਕਿਹਾ ਮਾਤਾ ਜੀ ਵੀ ਕੀ ਗੱਲ ਹੋ ਗਈ? ਕਹਿੰਦੀ ਪੁੱਤ ਜਿਸ ਦਿਨ ਅਸੀਂ ਨਾ ਸ਼ੰਭੂ ਬੈਰੀਅਰ ਪਾਰ ਕਰਦੇ ਸੀ, ਪੁਲਿਸ ਦੀ ਡਾਂਗ ਦੇ ਨਾਲ ਇਹ ਗਿੱਟਾ ਟੁੱਟ ਗਿਆ। ਮੈਂ ਕਿਹਾ ਫਿਰ ਤੁਸੀਂ ਆਰਾਮ ਕਰਨਾ ਸੀ, ਤੁਹਾਡਾ ਤਾਂ ਐ ਨੁਕਸਾਨ ਹੋ ਜਾਊਗਾ, ਤੁਹਾਨੂੰ ਬੈੱਡ ਰੈਸਟ ਨਹੀਂ ਕਿਹਾ ਡਾਕਟਰ ਨੇ? ਉਹ ਕਹਿੰਦੀ ਮੇਰੀ ਪੱਟ ਕੋਲੋਂ ਲੱਤ ਵੀ ਲੈ ਜਾਂਦੀ ਨਾ ਪੁੱਤ, ਮੈਂ ਤਾਂ ਵੀ ਇੱਥੇ ਹੀ ਰਹਿਣਾ ਸੀ, ਕਿਉਂਕਿ ਮੇਰੇ ਪੰਜਾਬ ਦੇ ਖੇਤਾਂ ਦਾ ਸਵਾਲ ਆ। ਤੇ ਮੈਂ ਕਿਹਾ ਤੁਹਾਡੇ ਧੀਆਂ ਪੁੱਤਾਂ ਜਿਹੜੇ ਤੁਹਾਨੂੰ ਕਹਿੰਦੇ ਨਹੀਂ ਵੀ ਭਾਈ ਆ ਜਾਓ ਬੇਬੇ ਜੀ ਵਾਪਸ ਜਾਂ ਅਸੀਂ ਆ ਕੇ ਲੈ ਜਾਂਦੇ ਆ। ਕਹਿੰਦੀ ਮੇਰੇ ਕੋਈ ਧੀ ਨਹੀਂ, ਮੇਰੇ ਕੋਈ ਪੁੱਤ ਨਹੀਂ, ਮੇਰੇ ਘਰ ਵਾਲੇ ਦੀ ਮੌਤ ਹੋ ਗਈ ਆ, ਮੈਂ ਪਿੰਡ ਛਾਜਲੀ ਦੇ ਵਿੱਚ ਇਕੱਲੀ ਰਹਿੰਦੀ ਆ। ਪਰ ਇਹ ਜਿੰਨੇ ਵੀ ਲੋਕ ਆ ਇਹ ਸਾਰੇ ਮੇਰੇ ਧੀਆਂ ਪੁੱਤ ਆ। ਦੇਖੋ ਇਹੋ ਜਿਹੇ ਅੰਦੋਲਨ ਕਦੇ ਬਣਨੇ ਆ? ਇਹੋ ਜਿਹੇ ਬਜ਼ੁਰਗਾਂ ਨੇ ਤਾਂ ਪੈਰੀਂ ਹੱਥੀ ਲਾਈ ਜਾਵੇ ਜੀ, ਇਹ ਕਰਦਾ ਚਿੱਤ ਕਰਦਾ ਜੀ ਕਿ ਇਹਨਾਂ ਤੋਂ ਸਾਰਾ ਕੁਝ ਵਾਰਿਆ ਜਾਵੇ। ਸੋ ਇਸ ਕਰਕੇ ਇਹ ਅੰਦੋਲਨ ਬਹੁਤ ਵੱਡਾ, ਪੰਜਾਬ ਦੇ ਕਿਸਾਨ, ਪੰਜਾਬ ਦੇ ਲੋਕ ਜਾਗੇ ਆ। 2020 ਦੇ ਆਖਰੀ ਮਹੀਨਿਆਂ ਦੇ ਵਿੱਚ ਇਹ ਬੜੇ ਲੰਮੇ ਸਮੇਂ ਬਾਅਦ ਇਸ ਤਰੀਕੇ ਨਾਲ ਜਾਗੇ ਆ, ਤੇ ਇਹਨਾਂ ਦੇ ਇਸ ਜਾਗੇ ਹੋਣ ਨੂੰ ਸੱਚੀ ਮੁੱਚੀ ਸਲਾਮ ਕਰਨੀ ਬਣਦੀ ਹੈ। 2021 ਦੇ ਵਿੱਚ ਜਿੱਤ ਨਸੀਬ ਹੋਣੀ ਕੁਦਰਤੀ ਵੀ ਹੈ, ਤੈਅ ਹੈ ਇਹ, ਪਰ ਗੱਲ ਇਹ ਆ ਵੀ ਜੇਰੇ ਦੇ ਨਾਲ, ਦ੍ਰਿੜਤਾ ਦੇ ਨਾਲ ਸਾਨੂੰ ਲੱਗੇ ਰਹਿਣਾ ਚਾਹੀਦਾ। ਤੇ ਬੜਾ ਚੰਗਾ ਲੱਗਦਾ ਵੀ ਜਦੋਂ ਇਸ ਠਾਰੀ ਦੇ ਵਿੱਚ ਵਾਪਸ ਆਉਣ ਦੀ ਥਾਂ ਦੇ ਉੱਤੇ ਉਧਰ ਨੂੰ ਹੋ ਜਾਂਦੇ ਕਿਸਾਨ। ਸੋ ਵੱਡਾ ਇਨਕਲਾਬ ਆਊਗਾ ਜੀ। ਬਿਲਕੁਲ, ਸੋ ਵੱਡਾ ਇਨਕਲਾਬ ਆਊਗਾ ਜਾਂ ਆ ਚੁੱਕਾ ਹੈ, ਕਿਉਂਕਿ ਕਿਸਾਨ ਅੰਦੋਲਨ ਦੀ ਜਦੋਂ ਜ਼ਮੀਨੀ ਹਕੀਕਤ ਵੇਖਦੇ ਆ, ਉੱਥੇ ਜਾ ਕੇ ਵੇਖਦੇ ਆ ਤਾਂ ਲੋਕਾਂ ਦੇ ਵਿੱਚ ਜੋ ਜੋਸ਼ ਹੈ, ਜੋ ਜਜ਼ਬਾ ਹੈ, ਉਹ ਤੋਂ ਲੱਗਦਾ ਹੈ ਕਿ ਇਨਕਲਾਬ ਆ ਹੀ ਚੁੱਕਾ ਹੈ। ਟੈਣਾ ਸਾਹਿਬ, ਕਿਉਂਕਿ ਕਿਸਾਨਾਂ ਤੇ ਕੇਂਦਰ ਵਿਚਕਾਰ ਲਗਾਤਾਰ ਗੱਲਾਂ ਬਾਤਾਂ ਹੋ ਰਹੀਆਂ ਨੇ ਇਸ ਮਸਲੇ ਦੇ ਹੱਲ ਦੇ ਲਈ, ਤੇ ਜਦੋਂ ਆਖਰੀ ਹੁਣ ਮੁਲਾਕਾਤ ਹੋਈ ਹੈ ਇਸ ਤੋਂ ਬਾਅਦ 4 ਜਨਵਰੀ ਦੀ ਅਗਲੀ ਬੈਠਕ ਰੱਖ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਕੇਂਦਰ ਦੇ ਮੰਤਰੀ ਕਹਿ ਰਹੇ ਸੀ ਕਿ ਇਸ ਅੰਦੋਲਨ ਦੇ ਵਿੱਚ ਜੋ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਬੈਠੇ ਨੇ, ਉਹਨਾਂ ਨੂੰ ਵਾਰ-ਵਾਰ ਕਹਿ ਰਹੇ ਸੀ ਕਿ ਤੁਸੀਂ ਆਪਣੇ ਬੱਚੇ, ਬਜ਼ੁਰਗ ਤੇ ਮਹਿਲਾਵਾਂ ਨੂੰ ਵਾਪਸ ਭੇਜ ਦਿਓ, ਆਪਾਂ ਮਸਲੇ ਦਾ ਹੱਲ ਮਿਲ ਬੈਠ ਕੇ ਕਰ ਲੈਂਦੇ ਆ। ਉਹਨਾਂ ਦੀ ਇਹ ਗੱਲ ਕਿੰਨੀ ਕੁ ਸਹੀ ਹੈ? ਦੇਖੋ ਗੱਲ ਤਾਂ ਪਹਿਲੀ ਇਹ ਆ ਵੀ ਜਿਹੜਾ ਰਾਤ ਦਾ ਵੇਲਾ ਸੀ ਨਾ, ਜਾਣੀ ਕਿ 31 ਦਸੰਬਰ ਦੀ ਰਾਤ ਆ, ਜਿਹੜੇ ਤਾਂ ਬਹੁਤ ਵੱਡੇ ਪੂੰਜੀਪਤੀ ਲੋਕ ਆ, ਉਹਨਾਂ ਨੇ ਹੋ ਸਕਦਾ ਹੋਟਲਾਂ ਦੇ ਵਿੱਚ ਡਾਂਸ ਡੂੰਸ ਕਰਕੇ ਕੱਢੀ ਹੋਵੇ,
ਕਿਸੇ ਨੇ ਪਟਾਕੇ ਪਟੂਕੇ ਚਲਾ ਕੇ ਵੀ, ਪਰ ਕਿਸਾਨਾਂ ਦੀ ਸੁਹਿਰਦਤਾ ਵੇਖੋ, ਕਿਸਾਨਾਂ ਦੀ ਸਿਆਣਪ ਦੇਖੋ। ਉਹਨਾਂ ਨੇ ਟਰਾਲੀਆਂ ਦੇ ਵਿੱਚ ਪਾਠ ਕਰਦਿਆਂ ਨਵਾਂ ਸਾਲ ਚੜਾਇਆ। ਬੱਚੇ ਵੀ ਆ, ਬਜ਼ੁਰਗ ਵੀ ਆ, ਸਾਰੇ ਆ। ਕੇਂਦਰ ਦੀ ਸਰਕਾਰ ਇਹ ਗੱਲ ਵਾਰ-ਵਾਰ ਕਹਿੰਦੀ ਆ ਵੀ ਸਾਨੂੰ ਫਿਕਰ ਆ ਵੀ ਕਰੋਨਾ ਬਹੁਤ ਆ, ਠੰਡ ਬਹੁਤ ਆ, ਸ਼ੀਤ ਲਹਿਰ ਚੱਲਦੀ ਆ, ਪਾਲਾ ਮਾਈਨਸ ਦੇ ਵਿੱਚ ਹੋਈ ਜਾਂਦਾ, ਇਸ ਕਰਕੇ ਬੱਚਿਆਂ ਨੂੰ ਤੇ ਔਰਤਾਂ ਨੂੰ ਭੇਜ ਦਿਓ। ਪਰ ਜੇ ਤੁਸੀਂ ਸੱਚੀ ਮੁੱਚੀ ਇੰਨੇ ਫਿਕਰਮੰਦ ਹੋ ਤਾਂ ਫਿਰ ਤੁਸੀਂ ਕਿਹੜੀ ਗੱਲੋਂ ਅੱਜ 37ਵਾਂ ਦਿਨ ਚੱਲਦਾ, ਫਿਰ ਤੁਸੀਂ ਸਾਡੀ ਮੰਗ ਕਿਉਂ ਨਹੀਂ ਮੰਨਦੇਗੇ? ਪੰਜਾਬ ਦੇ ਵਿੱਚ 2 ਮਹੀਨੇ ਸੰਘਰਸ਼ ਚੱਲਿਆ, ਤੁਸੀਂ ਟਿੱਚ ਜਾਣਦੇ ਰਹੇ ਹੁਣ ਤੱਕ ਮੰਨੇ ਕਿਉਂ ਨਹੀਂ ਗਏ ਤੁਸੀਂ? ਸੋ ਉਹ ਜਾਣਬੁੱਝ ਕੇ ਖੇਖਣ ਕਰਦੇ ਲੰਘੇ। ਕੱਲ ਮਨੋਹਰ ਲਾਲ ਖੱਟੜ ਹੋਰਾਂ ਦਾ ਇੱਕ ਬਿਆਨ ਆਇਆ, ਕਹਿੰਦੇ ਵੀ MSP ਜਾਰੀ ਰਹੂਗੀ, ਜੇ MSP ਖਤਮ ਹੋਗੀ ਤਾਂ ਮੈਂ ਅਹੁਦੇ ਤੋਂ ਅਸਤੀਫਾ ਦੇ ਦੂੰਗਾ, ਮੈਂ ਰਾਜਨੀਤੀ ਛੱਡ ਦੂੰਗਾ। ਇਉਂ ਤਾਂ ਸਾਰੇ ਹੀ ਕਹਿੰਦੇ ਆ, ਇਉਂ ਤਾਂ ਕੈਪਟਨ ਸਾਹਿਬ ਵੀ ਕਹਿੰਦੇ ਸੀ ਮੇਰੀ ਆਖਰੀ ਵਾਰੀ ਆ, ਮੈਨੂੰ ਜਿਤਾ ਦਿਓ, ਲੋਕਾਂ ਨੇ ਮੁੱਖ ਮੰਤਰੀ ਬਣਾਤਾ। ਫਿਰ ਕਹਿੰਦੇ ਪੰਜਾਬ ਦੇ ਮਸਲੇ ਬਹੁਤ ਵੱਡੇ, ਮੈਂ ਥੋੜੀ ਜਾਣਾ ਕਿਤੇ। ਐਂ ਤਾਂ ਵੱਡੇ ਬਾਦਲ ਸਾਹਿਬ ਨੇ ਵੀ ਇੱਕ ਵਾਰੀ ਕਿਹਾ ਸੀ। ਮਨੋਹਰ ਲਾਲ ਖੱਟੜ ਹੋਰਾਂ ਦੇ ਉੱਤੇ ਯਕੀਨ ਕਿਉਂ ਕਰੀਏ ਤੇ ਕਿਹੜੀ ਗੱਲੋਂ ਕਰੀਏ? ਰਾਹ ਦੇ ਵਿੱਚ ਜਾਂਦਿਆਂ ਜਿਹੜੇ ਸਾਨੂੰ ਫੁੱਲ ਵਰਾਏ ਉਹਨਾਂ ਨੇ, ਉਹਨਾਂ ਨੂੰ ਅਸੀਂ ਭੁੱਲ ਕਿਵੇਂ ਸਕਦੇ ਆ? ਸੋ ਇਸ ਕਰਕੇ ਖੱਟੜ ਹੋਰਾਂ ਨੂੰ ਜੇਕਰ ਇਹ ਲੱਗਦਾ ਵੀ ਮੈਂ ਉਹਦੀ ਰਾਜਨੀਤੀ ਦਾ ਦੇ ਉੱਤੇ ਲਾ ਲੈਣੀਆਂ ਡਰਾਮਾ ਜਿਹਾ ਕਰਦੇ ਆ, ਉਹਨਾਂ ਨੂੰ ਇਹ ਚਾਹੀਦਾ ਜ਼ੋਰ ਇਸ ਗੱਲ ਦੇ ਉੱਤੇ ਦੇਣ ਕਿ ਭਾਈ ਅਸੀਂ ਲਿਖਤੀ ਤੌਰ ਦੇ ਉੱਤੇ ਦਿੰਨੇ ਆ, ਆਹ ਲਓ ਜੀ ਤੁਸੀਂ ਗਰੰਟੀ ਮੰਗਦੇ ਹੋ MSP ਦੀ, ਆਹ ਅਸੀਂ ਗਰੰਟੀ ਦਿੱਤੀ। ਇਹਨਾਂ ਦੀਆਂ ਗੱਲਾਂ ਦੇ ਉੱਤੇ ਕੋਈ ਯਕੀਨ ਨਹੀਂ। ਔਰਤਾਂ, ਬੱਚੇ, ਬਜ਼ੁਰਗ, ਨੌਜਵਾਨ, ਭੈਣਾਂ, ਵੀਰ ਸਾਰੇ ਡਟ ਕੇ ਬੈਠੇ ਆ ਨਾ। ਹੁਣ ਇਹੀ ਉਹਨਾਂ ਦੇ ਲਈ, ਕੇਂਦਰ ਦੀ ਸਰਕਾਰ ਦੇ ਲਈ ਇੱਕ ਚਿੰਤਾ ਵਾਲੀ ਗੱਲ ਹੈ। ਉਹ ਇਹ ਚਾਹੁੰਦੇ ਆ ਜੀ ਕਿ ਇਹਨਾਂ ਨੂੰ ਅਸੀਂ ਕਹਿ ਦਈਏ ਜੀ ਫਿਕਰਮੰਦ ਬਹੁਤ ਤੁਹਾਡੇ ਲਈ, ਤੁਹਾਨੂੰ ਪਾਲਾ ਲੱਗ ਜੂ, ਤੁਹਾਨੂੰ ਨਮੂਨੀਆ ਹੋ ਜੂ, ਤੁਹਾਨੂੰ ਦਿਲ ਦਾ ਦੌਰਾ ਪੈ ਜੂ, ਇਹ ਵਾਪਸ ਚਲੇ ਜਾਣ, ਪਰ ਵਾਪਸ ਆਉਣ ਵਾਲਿਆਂ ਦੀ ਗਿਣਤੀ ਹੈ ਨਹੀਂਗੀ। ਬਿਲਕੁਲ ਡਾਣਾ ਸਾਹਿਬ, ਇਸ ਦੇ ਵਿੱਚ ਕਿਉਂਕਿ ਜਦੋਂ ਲਾਸਟ ਆਖਰੀ ਬੈਠਕ ਹੋਈ ਹੈ, ਇਹਦੇ ਵਿੱਚ ਇੱਕ ਹੋਰ ਗੱਲ ਸਾਹਮਣੇ ਆਈ ਸੀ ਕਿ ਕੇਂਦਰ ਦੇ ਮੰਤਰੀਆਂ ਦੇ ਵੱਲੋਂ ਅੰਦਰ ਜੋ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਨੇ ਤੇ ਬਾਹਰ ਆ ਕੇ ਜੋ ਗੱਲਾਂ ਬਾਤਾਂ ਕੀਤੀਆਂ ਨੇ, ਜ਼ਮੀਨ ਅਸਮਾਨ ਦਾ ਫਰਕ ਨਜ਼ਰ ਆ ਜਾਂਦਾ ਹੈ। ਤੇ ਉੱਥੇ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਹੋਰਾਂ ਦੇ ਵੱਲੋਂ ਵੀ ਇਸ ਸੰਬੰਧੀ ਖੁਲਾਸੇ ਕੀਤੇ ਗਏ ਕਿ ਬੈਠਕਾਂ 'ਚ ਉਹਨਾਂ ਦਾ ਰਵੱਈਆ ਕਿਹੋ ਜਿਹਾ ਹੁੰਦਾ ਹੈ ਤੇ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਕਿ ਸਾਡੇ ਕਿਸਾਨ ਆਗੂਆਂ ਨਾਲ ਬੈਠ ਕੇ ਲੰਗਰ ਖਾਂਦੇ ਨੇ। ਕਿੰਜ ਵੀ ਦੇਖੋ, ਇਹ ਬੜੀ ਵੱਡੀ ਗੱਲ ਹੈ। ਬਲਵੀਰ ਸਿੰਘ ਰਾਜੇਵਾਲ ਹੋਣ, ਜੋਗਿੰਦਰ ਸਿੰਘ ਉਗਰਾਹਾਂ ਹੋਰੀ ਹੋਣ, ਜਾਂ ਜਿੰਨੇ ਵੀ ਕਿਸਾਨ ਆਗੂ ਆ, ਡਾਕਟਰ ਦਰਸ਼ਨਪਾਲ ਦੀ ਗੱਲ ਕਰਗੇ, ਜਿੰਨੀਆਂ ਵੀ ਜਥੇਬੰਦੀਆਂ ਦੇ ਆਗੂ ਆ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ। ਹੁਣ ਤੱਕ ਸਾਡੀ ਪੰਜਾਬ ਦੀ ਜਵਾਨੀ ਕਹਿੰਦੀ ਸੀ ਕਿ ਉਹ ਫਲਾਣੇ ਨੂੰ ਅਸੀਂ ਹੀਰੋ ਮੰਨਦੇ ਆ। ਉਹ ਜਿਹੜਾ ਫਿਲਮਾਂ ਦੇ ਵਿੱਚ ਇੱਕ ਜਣਾ 25 ਜਣਿਆਂ ਨੂੰ ਕੁੱਟ ਦਿੰਦਾ ਸੀ ਤਾਂ ਉਹਨੂੰ ਨਾਇਕ ਮੰਨਦੇ ਆ। ਫਲਾਣੀ ਫਿਲਮ ਵਾਲਾ ਹੀਰੋ ਆ ਜਿਹੜਾ, ਉਹ ਬਹੁਤ ਚੱਲਦਾ ਅੱਜ ਕੱਲ੍ਹ। ਪਰ ਸਾਡੇ ਹੀਰੋ, ਸਾਡੇ ਨਾਇਕ, ਇਹ ਸਾਡੇ ਕਿਸਾਨ ਆਗੂ ਬਣ ਗਏ ਆ। ਅੱਜ ਹਰ ਕਿਸਾਨ ਇੱਕ ਨਾਇਕ ਆ, ਇੱਕ ਹੀਰੋ ਆ। ਮੈਂ ਕੱਲ ਖਬਰ ਪੜ੍ਹ ਰਿਹਾ ਸੀਗਾ, ਉਹ ਜਿਹੜਾ ਪੱਛਮੀ ਬੰਗਾਲ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਹੁਣ ਇਹ ਅੰਦੋਲਨ ਉੱਠ ਰਿਹਾ। ਤੇ ਬਾਹਰਲੇ ਦੇਸ਼ਾਂ ਦੇ ਵਿੱਚ, ਸਾਊਥ ਅਫਰੀਕਾ ਦੇ ਵਿੱਚ ਜਿਹੜੇ ਕਾਲੇ ਨੇ, ਉਹਨਾਂ ਦੇ ਵੱਲੋਂ ਵੀ ਜਿਹੜੇ, ਕਿਉਂਕਿ ਉਹ ਵੀ ਨਪੀੜੇ ਹੋਏ ਆ ਕਈ ਕਾਰਨਾਂ ਕਰਕੇ, ਖੇਤੀਬਾੜੀ ਦੇ ਮਾਮਲੇ ਨਾਲ ਜਿਹੜੇ ਜੁੜੇ, ਛੋਟੇ ਖੇਤੀਬਾੜੀ ਨਾਲ ਜੁੜੇ ਆ, ਉਹ ਵੀ ਇਸ ਵਕਤ ਇਹ ਸੋਚ ਰਿਹਾ ਵੀ ਭਾਰਤ ਦੇ ਵਿੱਚ ਇੱਕ ਅੰਦੋਲਨ ਉੱਠਿਆ, ਉਸ ਅੰਦੋਲਨ ਦੀ ਇੱਕ ਬੜੇ ਵੱਡੇ ਪੱਧਰ ਤੇ ਜਾਗ ਲੱਗੀ ਆ। ਉਹ ਵੀ ਹੌਲੀ ਹੌਲੀ ਹਿਲਜੁਲ ਕਰ ਰਹੇ ਆ। ਮਤਲਬ ਦੁਨੀਆ ਦੇ ਕਿਹੜੇ ਹਿੱਸੇ ਦੇ ਵਿੱਚ ਕਿਵੇਂ ਸਾਰਾ ਕੁਝ ਅੰਗੜਾਈ ਲੈ ਰਿਹਾ, ਇਹਦੇ ਬਾਬਤ ਸਾਨੂੰ ਹਾਲੇ ਇੱਥੇ ਕਈ ਵਾਰ ਪਤਾ ਨਹੀਂ ਲੱਗਦਾਗਾ। ਪਰ ਕੱਲ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਜਿਹੜੀ ਗੱਲ ਕਹੀ ਹੈ ਨਾ, ਉਹ ਬੜੀ ਮੁੱਲਵਾਨ ਆ। ਉਹਨਾਂ ਦਾ ਕੱਲਾ ਸ਼ਬਦ ਬੜਾ ਵਧੀਆ ਸੀ। ਉਹ ਕਹਿੰਦੇ ਵੀ ਜਦੋਂ ਅਸੀਂ ਪਹਿਲਾਂ ਮੀਟਿੰਗਾਂ ਕੀਤੀਆਂ 5-6, ਉਦੋਂ ਉਹਨਾਂ ਦਾ ਰਵੱਈਆ ਕੁਝ ਹੋਰ ਸੀ, ਪਰ ਜਿਹੜੀ ਅਸੀਂ ਹੁਣ ਮੀਟਿੰਗ ਕਰਕੇ ਆਏ ਆ, ਕੇਂਦਰ ਦਾ ਰਵੱਈਆ ਕੁਝ ਹੋਰ ਸੀ। ਇਹ ਤਾਂ ਸਾਨੂੰ ਕਹਿੰਦੇ ਹੁੰਦੇ ਸੀ ਵੀ ਤੁਸੀਂ ਰੋਟੀ ਖਾਣੀ ਹੈ ਤਾਂ ਆ ਜਾਓ। ਹੁਣ ਇਹ ਲੰਗਰ ਦੇ ਵਿੱਚ ਕਤਾਰ ਦੇ ਵਿੱਚ ਖੜ ਕੇ ਜੇਕਰ ਛਕਦੇ ਆ ਨਾ, ਸਾਨੂੰ ਇਸ ਗੱਲ ਦੀ ਤਸੱਲੀ ਆ ਵੀ ਚਲੋ ਸਾਡੇ ਲੰਗਰ ਦਾ ਸਤਿਕਾਰ ਕਰਦੇ ਆ, ਪਰ ਅਸੀਂ ਇਦਾਂ ਵਿਰਨ ਵਾਲੇ ਨਹੀਂ, ਅਸੀਂ ਝੁਕਣ ਵਾਲੇ ਨਹੀਂ, ਅਸੀਂ ਲਿਫਣ ਵਾਲੇ ਨਹੀਂ। ਉਹਨਾਂ ਨੇ ਕਿਹਾ ਜੀ ਕਿ 2 ਜਿਹੜੀਆਂ ਇਹਨਾਂ ਨੇ ਗੱਲਾਂ ਮੰਨੀਆਂ, ਇਹ ਵੀ ਬੜੀਆਂ ਮਹੱਤਵਪੂਰਨ ਸੀ। ਉਹ ਕਹਿੰਦੇ ਸੀਗੇ ਕੇਂਦਰ ਦੇ ਮੰਤਰੀ ਵੀ ਭਾਈ ਤੁਹਾਡੀ ਸਬਸਿਡੀ ਸਿੱਧੀ ਖਾਤੇ ਦੇ ਵਿੱਚ ਆਇਆ ਕਰੂਗੀ ਮੋਟਰਾਂ ਦੇ ਬਿੱਲਾਂ ਦੀ, ਤੁਸੀਂ ਪਹਿਲਾਂ ਪੇ ਕਰ ਦਿਆ ਕਰੋ। ਪਰ ਇਹਨਾਂ ਨੇ ਉਵੇਂ ਹੀ ਕਰਨਾ ਸੀ ਜਿਵੇਂ ਹੁਣ ਗੈਸ ਦੀ ਕਿਹੜਾ ਸਬਸਿਡੀ ਆਉਂਦੀ ਆ, ਜੇ ਆਉਂਦੀ ਆ ਤਾਂ ਨਾ ਮਾਤਰ ਆਉਂਦੀ ਆ। ਬਹੁਤੀ ਵਾਰ ਖਬਰ ਆਉਂਦੀ ਹੈ ਜੀ ਕਿ ਕਦੇ ਆਈ ਨਹੀਂ ਹੁਣ, ਤੇ ਇਹਨਾਂ ਨੇ ਉਹ ਵੀ ਸਬਸਿਡੀ ਆਈ ਕਰਨੀ ਸੀ ਵੋਟਰਾਂ ਵਾਲੀ। ਉਹ ਕਹਿੰਦੇ ਵੀ ਇਹ ਵੀ ਵੱਡੀ ਗੱਲ ਆ ਵੀ ਇਹਨਾਂ ਨੇ ਮੰਨ ਲਿਆ ਕਿ ਇਹਦੇ ਵਿੱਚੋਂ ਅਸੀਂ ਪਹਿਲਾਂ ਵਾਂਗ ਹੀ ਜਾਰੀ ਰੱਖਾਂਗੇ। ਫਿਰ ਪਰਾਲੀ ਵਾਲੇ ਮਾਮਲੇ ਦੇ ਉੱਤੇ ਵੀ ਕਹਿੰਦੇ ਵੀ ਅਸੀਂ ਕਾਨੂੰਨ ਦੇ ਵਿੱਚੋਂ ਕੱਢ ਦਿੰਨੇ ਕਿਸਾਨ, ਪਰ ਅਸੀਂ ਦੋਨਾਂ ਗੱਲਾਂ ਦੇ ਉੱਤੇ ਅੜੇ ਹੋਏ ਆ। ਤਿੰਨੇ ਖੇਤੀ ਕਾਨੂੰਨ ਵਾਪਸ ਲਓ। ਤੇ ਇਹਨਾਂ ਨੇ ਗੱਲ ਕਹੀ ਹੈ ਰਾਜੇਵਾਲ ਹੋਰਾਂ ਨੇ ਕਿ ਅਸੀਂ MSP ਦੀ ਲਿਖਤੀ ਗਰੰਟੀ ਚਾਹੁੰਦੇ ਆ। ਪਰ ਉਹ ਕਹਿੰਦੇ ਵੀ ਨਾ ਜੋ ਮੰਤਰੀ ਕੇਂਦਰ ਦੇ ਜਦੋਂ ਅਸੀਂ ਬੈਠੇ ਹੁੰਨੇ ਮੀਟਿੰਗ ਦੇ ਵਿੱਚ, ਉਹ ਕਹਿੰਦੇ ਆ ਜੀ ਕਿ ਕੋਈ ਅਲਟਰਨੇਟਿਵ ਕੱਢ ਲਓ, ਇਹਦਾ ਕੋਈ ਅਲਟਰਨੇਟ ਦੇਖ ਲਓ, ਨਾਲੇ ਸਾਡੀ ਇੱਜ਼ਤ ਬਚੀ ਰਹਿ ਜੇ, ਨਾਲੇ ਤੁਹਾਡਾ ਅੰਦੋਲਨ ਸਫਲ ਹੋ ਜੇ। ਉਹ ਕਹਿੰਦੇ ਉੱਥੇ ਬੈਠ ਕੇ ਜਦੋਂ ਆਹ ਗੱਲਾਂ ਕਰਦੇ ਤਾਂ ਅਸੀਂ ਮਹਿਸੂਸ ਕਰਦੇ ਵੀ ਅੰਦਰੋਂ ਤਾਂ ਟੁੱਟੇ ਹੋਏ ਆ, ਪਰ ਐਵੇਂ ਅੜੀਆਂ ਕਰ ਰਹੇ ਆ ਤੇ ਆਪਾਂ ਅੜੀ ਭੰਨ ਕੇ ਜਾਣੀ ਹੈ ਇਹਨਾਂ ਦੀ। ਜਦੋਂ ਅਸੀਂ ਕਹਿੰਦੇ ਵੀ ਤੁਸੀਂ ਦੇਖੋ ਅਸੀਂ ਇਹਦੇ ਬਾਰੇ ਕੀ ਕਹਿ ਸਕਦੇ ਹਾਂ ਜੀ, ਤੁਸੀਂ ਹੁਣ ਅਫਸਰ ਲੋਕਾਂ ਦੇ ਵਿੱਚ ਰਹਿੰਦੇ ਹੋ, ਜਿਹੜੇ ਤੁਹਾਡੇ ਸਲਾਹਕਾਰ ਉਹਨਾਂ ਨੂੰ ਪੁੱਛੋ, ਉਹ ਫਿਰ ਕਹਿੰਦੇ ਪਲੀਜ਼ ਤੁਸੀਂ ਅਲਟਰਨੇਟਿਵ ਦੱਸੋ ਇਹਦਾ, ਨਾਲੇ ਸਾਡੀ ਬਚੀ ਬਚਾਈ ਰਹਿ ਜੇ, ਬਣੀ ਬਣਾਈ ਰਹਿ ਜੇ, ਤੇ ਨਾਲੇ ਤੁਹਾਡਾ ਅੰਦੋਲਨ ਸਫਲ ਹੋ ਜੇ। ਕਹਿੰਦੇ ਫਿਰ ਅਸੀਂ ਇਹ ਵੀ ਗੱਲ ਕਹਿੰਦੇ ਵੀ ਤੁਹਾਡੇ ਜਿਹੜੇ ਆਹ ਸਲਾਹਕਾਰ ਆ ਵੱਡੇ ਅਫਸਰ,
ਜਿਹੜੇ ਲੱਖਾਂ ਰੁਪਈਆ ਲੈਂਦੇ ਆ, ਜਿਨ੍ਹਾਂ ਨੂੰ ਤੁਸੀਂ ਥਿੰਕ ਟੈਂਕ ਮੰਨਦੇ ਹੋ, ਇਹਨਾਂ ਦੇ ਕੋਲੋਂ ਰਾਇਆਂ ਲਓ। ਅਸੀਂ ਥੋੜੀ ਰਾਇਆਂ ਦੇਣੀਆਂ। ਸਾਨੂੰ ਤਾਂ ਸਿਰਫ ਇੰਨਾ ਪਤਾ ਵੀ ਖੇਤੀ ਕਾਨੂੰਨ ਰੱਦ ਕਰੋ ਤੇ ਅਸੀਂ ਆਪਦੀਆਂ ਟਰਾਲੀਆਂ ਟਰੈਕਟਰ ਘਰਾਂ ਨੂੰ ਮੋੜ ਗਏ। ਮਤਲਬ ਇਹ ਆ ਵੀ ਕੇਂਦਰ ਦੀ ਸਰਕਾਰ ਹਿੱਲੀ ਹੋਈ ਆ ਅੰਦਰੋਂ, ਉੱਤੋਂ ਬੇਸ਼ੱਕ ਉਹ ਜੋ ਮਰਜ਼ੀ ਕਰਕੇ ਦਿਖਾਵੇ, ਤੇ ਜਿਹੜੀ ਹਿੱਲੀ ਹੋਈ ਆ ਨਾ, ਇਹਨੇ ਪਹਿਲਾਂ ਹਿਲਾਇਆ ਬਹੁਤ ਸਾਨੂੰ, ਤੇ ਇਸ ਵਕਤ ਪਿਆ ਹੋਇਆ ਜੀ। ਬਿਲਕੁਲ ਸੋ ਵਕਤ ਪਿਆ ਹੋਇਆ, ਕਿਸਾਨਾਂ ਨੇ ਵਕਤ ਕੇਂਦਰ ਸਰਕਾਰ ਨੂੰ ਪਾਇਆ ਹੋਇਆ। ਤੇ ਟੈਣਾ ਸਾਹਿਬ 4 ਤਰੀਕ ਨੂੰ ਜੋ ਬੈਠਕ 4 ਜੁਲਾਈ ਨੂੰ ਹੋਣ ਵਾਲੀ ਹੈ, ਇਸ ਦੇ ਕੀ ਅਸਾਰ ਲੱਗਦੇ ਨੇ ਕਿ ਕੀ ਹੋ ਸਕਦਾ? ਕਿਉਂਕਿ ਜੋ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸ਼ਰਤਾਂ ਮੰਨੀਆਂ ਜਾ ਰਹੀਆਂ ਨੇ, 2 ਸ਼ਰਤਾਂ, ਕਿਉਂਕਿ ਇੱਕਦਮ ਤੋਂ ਹਾਈਲਾਈਟ ਕਰ ਦਿੱਤਾ ਗਿਆ ਕਿਸਾਨਾਂ ਦੀਆਂ 2 ਮੰਗਾਂ ਮੰਨੀਆਂ ਗਈਆਂ, ਪਰ ਜਦੋਂ ਉਹਦੀ ਹਕੀਕਤ ਸਾਹਮਣੇ ਆਈ, ਫਿਰ ਤੋਂ ਬਿੱਲੀ ਜਦੋਂ ਥੈਲੇ ਦੇ ਵਿੱਚੋਂ ਬਾਹਰ ਆਈ ਤੇ ਖਾਲੀ ਹੱਥ ਹੀ ਆਈ। ਦੇਖੋ ਗੱਲ ਤਾਂ ਇਹ ਆ ਕਿ ਹੌਲੀ ਹੌਲੀ ਨਾ ਜਿਹੜੀ ਉਹ ਮੰਗ ਮੰਨਣ ਦੇ ਵੱਲ ਵਧਾਂਗੇ। ਇੱਕ ਨਾ ਡਾਕਟਰ ਦਰਸ਼ਨਪਾਲ ਹੋਰਾਂ ਨੇ ਇੰਟਰਵਿਊ ਦਿੱਤੀ ਆ ਪਰਸੋਂ, ਉਹ ਕਹਿੰਦੇ ਜਿਹੜੀ ਬਹੁਤ ਵੱਡੀ ਕੋਈ ਤਬਦੀਲੀ ਹੁੰਦੀ ਆ ਨਾ, ਉਹ ਆਪਾਂ ਜੇ ਕਹਿ ਦਈਏ ਵੀ 1 ਮਹੀਨੇ ਦੇ ਵਿੱਚ ਜਾਂ 1.5 ਮਹੀਨੇ ਦੇ ਵਿੱਚ ਜਾਂ 1 ਹਫ਼ਤੇ ਦੇ ਵਿੱਚ ਆਜੂ, ਇਦਾਂ ਨਹੀਂ ਹੁੰਦਾ। ਬਹੁਤ ਸਾਰੀਆਂ ਲਹਿਰਾਂ ਭਾਰਤ ਦੇ ਵਿੱਚ ਇਹੋ ਜਿਹੀਆਂ ਚੱਲੀਆਂ ਜਿਹੜੀਆਂ ਕਈ ਮਹੀਨੇ ਚੱਲੀਆਂ, ਜਿਹਦੇ ਵਿੱਚ ਲੋਕ ਹਫੇ ਨਹੀਂ, ਲੋਕ ਥੱਕੇ ਨਹੀਂ। ਆਪਾਂ ਜਿੱਤਾਂਗੇ ਜ਼ਰੂਰ, ਅਸੀਂ ਇਮਾਨਦਾਰੀ ਨਾਲ ਉਹ ਕਹਿੰਦੇ ਲੱਗੇ ਹੋਏ ਆ, ਤੁਸੀਂ ਇਮਾਨਦਾਰੀ ਨਾਲ ਡਟੇ ਹੋਏ ਆ। 4 ਤਰੀਕ ਨੂੰ ਉਹ ਕਹਿੰਦੇ ਜੀ ਅਸੀਂ ਇਸੇ ਨੁਕਤੇ ਦੇ ਉੱਤੇ ਗੱਲ ਕਰਨੀ ਆ ਵੀ ਖੇਤੀ ਕਾਨੂੰਨ ਰੱਦ ਕਦੋਂ ਕਰਦੇ ਹੋ, ਖੇਤੀ ਕਾਨੂੰਨ ਕਿਉਂ ਨਹੀਂ ਰੱਦ ਕਰ ਰਹੇ, ਮਸਲਾ ਵਿੱਚੋਂ ਕੀ ਹੈਗਾ, ਤੇ ਤੁਸੀਂ MSP ਦੀ ਲਿਖਤੀ ਗਰੰਟੀ ਕਿਉਂ ਨਹੀਂ ਦਿੰਦੇ। ਐਤਕੀ ਵੀ ਤਾਂ ਉਹਨਾਂ ਨੇ ਮੀਟਿੰਗ ਦੇ ਵਿੱਚ ਇਹੀ ਗੱਲ ਕਹੀ ਹੈ ਤੋਮਰ ਹੋਰਾਂ ਨੇ ਵੀ ਤੁਸੀਂ ਅੰਦੋਲਨ ਵਾਪਸ ਲਓ, ਘਰਾਂ ਨੂੰ ਜਾਓ, ਤੇ ਆਪਾਂ ਇੱਕ ਕਮੇਟੀ ਬਣਾ ਕੇ ਤੇ MSP ਦੇ ਬਾਬਤ ਗੱਲਬਾਤ ਜਾਰੀ ਰੱਖਦੇ ਆ। ਉਹ ਕਹਿੰਦੇ ਵੀ ਇਉਂ ਨਹੀਂ, ਅਸੀਂ ਘਰਾਂ ਦੇ ਵਿੱਚੋਂ ਤਾਂ ਤੁਰੇ ਆਂ ਵੀ ਮਸਲੇ ਦਾ ਹੱਲ ਹੋਵੇ। ਉਹ ਕਹਿੰਦੇ ਵੀ 50 ਦੇ ਕਰੀਬ ਇਸ ਵਕਤ ਤੱਕ ਕਿਸਾਨ ਤੇ ਮਜ਼ਦੂਰ ਸ਼ਹੀਦ ਹੋ ਗਏ ਇਸ ਅੰਦੋਲਨ ਦੇ ਵਿੱਚ। ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਉਦੋਂ ਭੇਟ ਹੋਏ ਸਮਝਾਂਗੇ ਜਦੋਂ ਅਸੀਂ ਖੇਤੀ ਕਾਨੂੰਨਾਂ ਦੇ ਮੁਤਲਕ ਜਿੱਤ ਹਾਸਲ ਕਰਕੇ ਜਾਵਾਂਗੇ। ਸੋ ਦੇਖੋ 4 ਤਰੀਕ ਦੇ ਵਿੱਚ ਫੈਸਲਾ ਕੁਨ ਗੱਲ ਆ। ਮੈਨੂੰ ਤਾਂ ਇਉਂ ਲੱਗਦਾ ਵੀ ਗੱਲ ਥੋੜੀ ਜਿਹੀ ਲਟਕਾਉਣਗੇ ਵੀ ਕੇਂਦਰ ਵਾਲੇ, ਉਹਨਾਂ ਨੂੰ ਇਹ ਜਾਪਦਾ ਵੀ 28 ਦੇ ਵਿੱਚ ਸ਼ਾਇਦ ਕੋਈ ਨਾ ਕੋਈ ਮਨ ਬਦਲ ਜੇ ਇਹਨਾਂ ਦਾ ਵੀ ਚਲੋ ਯਾਰ ਹੁਣ ਚੱਲਦੇ ਆ, ਉਹ ਲਟਕਾਉਣ ਦੀ ਕੋਸ਼ਿਸ਼ ਦੇ ਵਿੱਚ ਆ। ਪਰ ਕਿਸਾਨ ਆਗੂ ਕਹਿੰਦੇ ਵੀ ਭਾਵੇਂ ਵਿਸਾਖੀ ਵੀ ਇੱਥੇ ਮਨਾਉਣੀ ਪਵੇ, ਤੇ ਨਿਹੰਗ ਸਿੰਘ ਕਹਿੰਦੇ ਭਾਵੇਂ ਹੋਲਾ ਮਹੱਲਾ ਵੀ ਇੱਥੇ ਮਨਾਉਣਾ ਪਵੇ, ਆਪਾਂ ਇੱਥੇ ਹੀ ਰਹਿਣਾ ਜੀ। ਬਿਲਕੁਲ ਸੋ ਸਮੇਂ ਦੀ ਨਜ਼ਾਕਤ ਨੂੰ ਵੇਖਦੇ ਹੋਏ ਆਖਰੀ ਕਿ ਅੱਜ ਨਵਾਂ ਸਾਲ ਚੜਿਆ, ਜਿਵੇਂ ਕਿ ਤੁਸੀਂ ਸ਼ੁਰੂਆਤ ਵਿੱਚ ਹੀ ਕਿਹਾ ਕਿ ਅਸੀਂ ਨਵਾਂ ਸਾਲ ਉਸ ਦਿਨ ਮਨਾਵਾਂਗੇ ਜਿਸ ਦਿਨ ਸਾਡਾ ਪੰਜਾਬ, ਸਾਡੇ ਕਿਸਾਨ ਵਾਪਸ ਘਰਾਂ ਨੂੰ ਪਰਤਣਗੇ। ਸੋ ਆਖਰੀ ਸੁਨੇਹਾ ਕੀ ਦੇਣਾ? ਦੇਖੋ ਬੇਨਤੀ ਹੈ ਜੀ ਮੇਰੀ ਕਿ ਇਹ ਜਿਹੜੇ ਅੰਦੋਲਨ ਆ ਨਾ, ਇਹ ਵਾਰ-ਵਾਰ ਨਹੀਂ ਖੜੇ ਹੁੰਦੇ। ਮੈਂ ਕੱਲ ਰਾਜੇਵਾਲ ਹੋਰਾਂ ਦਾ ਇੱਕ ਬਿਆਨ ਸੁਣਿਆ ਜਿਹੜਾ ਉਹਨਾਂ ਨੇ ਸਿੰਘੂ ਬਾਰਡਰ ਦੇ ਉੱਤੇ ਦਿੱਤਾ, ਜਿਹੜਾ ਉਹਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ ਮੈਨੂੰ ਬਹੁਤ ਲੰਮਾ ਸਮਾਂ ਹੋ ਗਿਆ ਘੋਲਾਂ ਦੇ ਵਿੱਚ ਹਿੱਸਾ ਲੈਂਦਿਆਂ, ਪਰ ਇਹ ਘੋਲ ਮਨੁੱਖ ਦਾ ਬਣਾਇਆ ਹੋਇਆ ਨਹੀਂਗਾ, ਇਹ ਕੁਦਰਤ ਦੇ ਵੱਲੋਂ, ਪ੍ਰਮਾਤਮਾ ਦੇ ਵੱਲੋਂ, ਵਾਹਿਗੁਰੂ ਦੇ ਵੱਲੋਂ ਆਪੇ ਹੀ ਬਣਾ ਦਿੱਤਾ ਗਿਆ। ਉਹ ਕਹਿੰਦੇ ਵੀ ਸ਼ਾਹਜਹਾਂਪੁਰ ਵਾਲੇ ਬਾਰਡਰ ਦੇ ਉੱਤੇ ਵੀ ਅੱਜ ਕਿਸਾਨ ਬੈਰੀਕੇਡ ਤੋੜ ਕੇ ਅੱਗੇ ਵਧ ਰਹੇ ਆ। ਅੱਜ ਜੇ ਆਪਾਂ ਗੱਲ ਕਰਦੇ ਆ ਗਾਜੀਪੁਰ ਦੇ ਵਿੱਚ ਵੀ ਬਹੁਤ ਵੱਡਾ ਇਕੱਠ ਹੋਇਆ, ਅੱਜ ਟਿਕਰੀ ਤੇ ਵੀ ਬੜਾ ਵੱਡਾ ਇਕੱਠ ਆ। ਏਡੇ ਇਕੱਠ ਵੀ ਹੋ ਜਾਂਦੇ ਆ ਪਰ ਇਦਾਂ ਸ਼ਾਂਤਮਈ ਨਹੀਂ ਰਹਿੰਦੇਗੇ, ਤੇ ਪੂਰੀ ਦੁਨੀਆ ਇਸ ਕਰਕੇ ਇਧਰ ਵੱਲ ਕੇਂਦਰਤਾ ਵੀ ਭਾਈ ਇੰਨਾ ਸ਼ਾਂਤਮਈ। ਅੱਜ ਭਾਵੇਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਾਲੇ ਆ ਜਾਣ, ਉਹਨਾਂ ਨੂੰ ਵੀ ਲਿਖਣਾ ਪੈਣਾ, ਦਰਜ ਕਰਨਾ ਪੈਣਾ। ਸੋ ਇਹ ਇੱਕ ਬਹੁਤ ਵੱਡਾ ਇਨਕਲਾਬ ਆ, ਬਹੁਤ ਵੱਡਾ ਇੱਕ ਮੈਂ ਸੋਚਣਾ ਅੰਦੋਲਨ ਆ। ਇਸ ਅੰਦੋਲਨ ਨੂੰ ਬਚਾ ਕੇ ਰੱਖਣਾ ਸਾਡੀ ਸਭ ਦੀ ਜ਼ਰੂਰਤ ਵੀ ਹੈ ਤੇ ਸਾਡਾ ਸਭ ਦਾ ਫਰਜ਼ ਵੀ ਹੈ। ਸੋ ਮੈਨੂੰ ਲੱਗਦਾ ਵੀ ਨਤੀਜੇ ਚੰਗੇ ਆਉਣਗੇ। ਸੋ ਇਸ ਨਵੇਂ ਸਾਲ ਦੇ ਵਿੱਚ ਇਸੇ ਗੱਲ ਦਾ ਅਹਿਦ ਕਰਨਾ ਚਾਹੀਦਾ ਵੀ ਅਸੀਂ ਇਕਜੁੱਟ ਰਹੀਏ, ਜਿਵੇਂ ਅਸੀਂ ਆਪਸੀ ਵੰਡੀਆਂ ਜਿਹੜੀਆਂ ਉਹ ਖਤਮ ਕਰਕੇ ਤੇ ਏਕੇ ਦੀ ਤੰਦ ਦੇ ਵਿੱਚ ਪਰੁੰਨੇ ਗਏ ਆ। ਜਿਸ ਤਰੀਕੇ ਦੇ ਨਾਲ ਅਸੀਂ ਛੋਟੀਆਂ-ਮੋਟੀਆਂ ਪਿੰਡਾਂ ਦੇ ਵਿਚਲੀਆਂ ਗਲੇ ਸ਼ਿਕਵੇ ਵਾਲੀਆਂ ਗੱਲਾਂ ਭੁਲਾਈਆਂ, ਜਿਵੇਂ ਕਿ ਅਸੀਂ ਨੀਲੀਆਂ ਚਿੱਟੀਆਂ ਪੱਗਾਂ ਵਾਲੀਆਂ ਜਿਹੜੀਆਂ ਮਸਲੇ ਖਤਮ ਕਰਕੇ ਤੇ ਅਸੀਂ ਸਿਰਫ ਪੰਜਾਬੀ ਤੇ ਪਿੰਡ ਇੱਕ ਪਰਿਵਾਰ ਹੁੰਦਾ, ਇਸ ਗੱਲ ਨੂੰ ਸਮਝਿਆ। ਇਹ ਗੱਲ ਆਉਂਦੇ ਸਮੇਂ ਦੇ ਵਿੱਚ ਲਗਾਤਾਰ ਜਾਰੀ ਰਵੇ, ਮਨ ਦੇ ਵਿੱਚ ਵਸੀ ਰਵੇ, ਇਹ ਬਹੁਤ ਵੱਡੀ ਜ਼ਰੂਰਤ ਹੈ ਜੀ। ਬਿਲਕੁਲ। ਸੋ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਇਸ ਨਵੇਂ ਸਾਲ ਦਾ ਸਵਾਗਤ ਕਰਦੇ ਹਾਂ। ਕੱਲ ਫਿਰ ਰੂਬਰੂ ਹੋਵਾਂਗੇ ਪ੍ਰੋਗਰਾਮ ਖਬਰਾਂ ਦੇ ਆਰ-ਪਾਰ ਲੈ ਕੇ। ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ। ਹੁਣ ਮੈਨੂੰ ਪਰਮਜੀਤ ਕੌਰ ਸੈਣੀ ਤੇ ਸੀਨੀਅਰ ਪੱਤਰਕਾਰ ਸੋਹਣ ਸਿੰਘ ਕਹਿਣ ਜੀ ਦੇ ਇਜਾਜ਼ਤ। ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ। ਧੰਨਵਾਦ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ-ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ
ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇਹਨਾਂ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼, ਅਜੀਤ।